ਸਤਿਕਾਰਯੋਗ ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਾਵੋ, ਸੁਣੋ, ਪੜ੍ਹੋ ਨਿਤ ਭਾਈ। ਇਸ ਚੈਨਲ 'ਤੇ ਆਪ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਸਰਵਣ ਕਰਦੇ ਹੋ। 13 ਸ਼ਲੋਕ ਸਰਵਣ ਕਰ ਚੁੱਕੇ ਹੋ। ਅੱਜ ਆਪਾਂ 14ਵੇਂ ਸ਼ਲੋਕ ਦੀ ਪਾਠ ਅਤੇ ਵਿਆਖਿਆ ਇੱਥੋਂ ਸ਼ੁਰੂ ਕਰਦੇ ਹਾਂ ਜੀ। ਫਰੀਦਾ ਜਿਨ ਲੋਇਣ ਜਗ ਮੋਇਆ, ਸੇ ਲੋਇਣ ਮੈਂ ਡਿਠ, ਕਜਲ ਰੇਖ ਨਾ ਸਹਿੰਦਿਆ, ਸੇ ਪੰਖੀ ਸੂਏ ਬੈਠ। ਪਰਮ ਪੂਜਨੀਕ ਬਾਬਾ ਫਰੀਦ ਸਾਹਿਬ ਜੀ ਸਮਝਾਉਂਦੇ ਹਨ, ਕਹਿੰਦੇ ਇਸ ਸੰਸਾਰ ਦੇ ਵਿੱਚ ਇਹ ਇਨਸਾਨ ਬੜਾ ਆਪਣੀ ਜਵਾਨੀ ਵੱਲ ਦੇਖ ਬੜਾ ਮਸਤ ਹੈ। ਇਸ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਮੈਂ ਕੌਣ, ਕਿੱਥੋਂ ਆਇਆ, ਮੈਂ ਕਰਨਾ ਕੀ ਸੀ। ਕੁਝ ਵੀ ਸੁਝਦਾ ਨਹੀਂ। ਬੜਾ ਮਾਣ ਕਰਦਾ ਹੈ, ਪਰ ਮਾਣ ਕਾਹਦਾ? ਜਿਹੜੀਆਂ ਸੋਹਣੀਆਂ ਅੱਖਾਂ ਨੇ ਜਗਤ ਨੂੰ ਮੋਹ ਰੱਖਿਆ ਸੀ, ਜਿਨ੍ਹਾਂ ਸੋਹਣੀਆਂ ਅੱਖਾਂ ਨੇ ਸੰਸਾਰ ਨੂੰ ਵੇਖਿਆ ਸੀ, ਉਹ ਅੱਖਾਂ ਮੈਂ ਵੇਖੀਆਂ। ਉਹਨਾਂ ਅੱਖਾਂ ਦੇ ਵਿੱਚ ਉਹ ਪਹਿਲਾਂ ਤਾਂ ਇਤਨੀਆਂ ਨਾਜ਼ੁਕ ਸਨ, ਇਤਨੀਆਂ ਨਾਜ਼ੁਕ ਕਿ ਕੱਜਲ ਦੀ ਧਾਰ ਨਹੀਂ ਸਹਾਰ ਸਕਦੀਆਂ ਸਨ। ਪਰ ਫਿਰ ਉਹ ਪੰਛੀਆਂ ਦੇ, ਉਹਨਾਂ ਬੱਚਿਆਂ ਦੇ, ਉਹਦੀ ਅੱਖਾਂ ਦੇ ਵਿੱਚ ਆਲ੍ਹਣੇ ਪਾਏ। ਭਾਵ ਕਿ ਸਾਡੇ ਸਾਹਮਣੇ ਇਹ ਸਰੀਰਕ ਸੁੰਦਰਤਾ ਆਖਰ ਨਿਤ ਜਿਹੜੀ ਕਿ ਨਾਸ ਹੋ ਜਾਂਦੀ ਹੈ। ਇਸ 'ਤੇ ਮਾਣ ਕਰਨਾ ਬਹੁਤ ਬੜੀ ਵੱਡੀ ਭੁੱਲ ਹੈ। ਇਸ ਕਰਕੇ ਜੋ ਇਹਨਾਂ ਅੱਖਾਂ ਨਾਲ ਵੇਖਿਆ, ਜੋ ਵੇਖੇਗਾ, ਸਭ ਇੱਕ ਨਾ ਇੱਕ ਦਿਨ ਮਿੱਟੀ ਸਪੁਰਦ ਹੋ ਜਾਣਾ ਹੈ। ਇਸ ਲਈ ਪਿਆਰੇ, ਇਸ ਸਰੀਰ ਦਾ, ਇਹਨਾਂ ਅੱਖਾਂ ਦਾ ਮਾਣ ਨਾ ਕਰ। ਫਰੀਦਾ ਜਿਨ ਲੋਇਣ ਜਗ ਮੋਇਆ, ਸੇ ਲੋਇਣ ਮੈਂ ਡਿਠ, ਕੱਜਲ ਰੇਖ ਨਾ ਸਹਿੰਦਿਆ, ਸੇ ਪੰਖੀ ਸੂਏ ਬੈਠ। ਅਗਲਾ ਸ਼ਲੋਕ ਹੈ 15ਵਾਂ। ਫਰੀਦਾ ਕੂ ਕਹਿੰਦਿਆਂ ਚਾ ਕਹਿੰਦਿਆਂ, ਮੱਤੀ ਦੇਂਦਿਆਂ ਨਿਤ, ਜੋ ਸੈਤਾਨ ਵੰਝਾਇਆ, ਸੇ ਕਿਤ ਫੇਰੈ ਚਿਤ। ਬਾਬਾ ਫਰੀਦ ਸਾਹਿਬ ਜੀ ਆਪ ਮੁਸਲਮਾਨ ਸਨ। ਇਸਲਾਮ ਦੇ ਬੜੇ ਵੱਡੇ ਪ੍ਰਚਾਰਕ ਹੋਏ ਨੇ, ਜਿਨ੍ਹਾਂ ਨੇ ਤਕਰੀਬਨ 15-16 ਸਾਲ ਦੀ ਉਮਰ ਦੇ ਵਿੱਚ ਸਾਰਾ ਹੀ ਕੁਰਾਨ ਸ਼ਰੀਫ ਜ਼ੁਬਾਨੀ ਯਾਦ ਕਰਕੇ ਉਹਦੀ ਵਿਆਖਿਆ ਕਰਿਆ ਕਰਦੇ ਸਨ, ਉਹਦਾ ਤਰਜਮਾ ਕਰਿਆ ਕਰਦੇ ਸਨ। ਇੱਥੇ ਇਸਲਾਮੀ ਖਿਆਲ ਅਨੁਸਾਰ ਇਹ ਸ਼ੈਤਾਨ ਨੂੰ ਬਦੀ ਪ੍ਰੇਰਕ ਕਹਿੰਦੇ ਹਨ। ਕਹਿੰਦੇ ਗ੍ਰੰਥਾਂ ਨੇ, ਵੱਡੇ ਵੱਡੇ ਮੌਲਵੀਆਂ ਨੇ, ਪੰਡਤਾਂ ਨੇ ਵੱਡੇ ਵੱਡੇ ਪ੍ਰਚਾਰ ਕੀਤੇ, ਬੜੀਆਂ ਮੱਤਾਂ ਦਿੱਤੀਆਂ, ਪਰ ਤੇਰੀ ਸਮਝ ਵਿੱਚ ਨਾ ਆਇਆ। ਹੇ ਫਰੀਦ, ਭਾਵੇਂ ਕਿੰਨਾ ਹੀ ਪੁਕਾਰ ਕੇ ਆਖੀਏ, ਕਿੰਨੀਆਂ ਹਰ ਰੋਜ਼ ਮੱਤਾਂ ਦੇਈ ਜਾਈਏ, ਪਰ ਜਿਨ੍ਹਾਂ ਦੇ ਮਨ ਵਿੱਚ, ਜਿਨ੍ਹਾਂ ਦੇ ਤਨ ਵਿੱਚ, ਜਿਨ੍ਹਾਂ ਦੇ ਮਨ ਵਿੱਚ ਉਹਦੇ ਮਨ ਨੂੰ ਸ਼ੈਤਾਨ ਨੇ ਵਿਗਾੜਿਆ ਹੋਇਆ ਹੈ, ਉਹ ਕਿਵੇਂ ਦੁਨੀਆ ਵੱਲੋਂ ਚਿੱਤ ਫੇਰ ਸਕਦੇ ਨੇ? ਉਹ ਸੰਸਾਰ ਵੱਲੋਂ ਮਨ ਹਟਾ ਕੇ ਕਿਵੇਂ ਪਰਮਾਤਮਾ ਵਾਲੇ ਪਾਸੇ ਲਾਉਣ? ਜੋ ਸ਼ੈਤਾਨ ਵਜਾਇਆ, ਸੇ ਕਿਤ ਫੇਰਿਆ ਚਿੱਤ। ਇਸ ਤੋਂ ਅਗਲਾ ਸ਼ਲੋਕ ਹੈ 16ਵਾਂ। ਫਰੀਦਾ ਥਿਓ ਪਵਾਈ ਦਬ, ਜੇ ਸਾਈਂ ਲੋੜੈ ਸਭ, ਇੱਕ ਛਿਜੈ ਬਿਆਲ ਤਾੜੀਆ, ਤਾਂ ਸਾਈਂ ਦੇ ਦਰਵਾੜੀਆਂ।
हे फरीद, जे तू जिस मालक ਨੂੰ ਹਰ ਥਾਂ ਭਾਲਦਾ ਫਿਰਦਾ ਹੈ, ਉੱਥੇ ਹੈ ਉੱਥੇ ਹੈ ਦੌੜਾ ਭੱਜਿਆ ਫਿਰਦਾ ਹੈ, ਜੇ ਤੂੰ ਵਿਖਣਾ ਚਾਹੁੰਦਾ ਹੈ, ਉਹ ਪੈਸੇ ਦੀ ਦੱਬ ਵਰਗਾ ਬਣ ਜਾਂਦਾ ਹੈ, ਜਿਸ ਦੇ ਇੱਕ ਬੂਟੇ ਨੂੰ ਲੋਕ ਤੋੜਦੇ ਹਨ ਤੇ ਉੱਥੋਂ ਸੋ ਕਈ ਹੋਰ ਬੂਟੇ ਉਗਦੇ ਨੇ। ਫਰੀਦਾ ਥੀਓ ਪਵਾਈ ਦੱਬ, ਇਹ ਪ੍ਰਮਾਣਤਾ ਮਹਾਰਾਜ ਜੀ ਬਾਬਾ ਜੀ ਨੇ। ਫਰੀਦਾ ਥੀਓ ਪਵਾਈ ਦੱਬ, ਜੇ ਸਾਈਂ ਲੋੜੈ ਸਭ। ਇਸੇ ਤਰ੍ਹਾਂ ਹੀ ਇੱਕ ਬੂਟੇ ਲੋਕ ਤੋੜਦੇ ਨੇ, ਪਰ ਕਈ ਹੋਰ ਬੂਟੇ ਉੱਥੇ ਲਤਾੜੇ ਜਾਂਦੇ ਹਨ। ਇਹ ਹੈ ਜੋ ਸੁਭਾਅ ਬਣਾ ਲੈ ਤੇ ਮਾਲਕ ਦੇ ਦਰ ਤੇ ਕਬੂਲ ਹੋਵੇਗਾ। ਕਹਿੰਦੇ ਹਨ ਕਿ ਜਿਹੜਾ ਉਸ ਪਰਮਾਤਮਾ ਦੇ ਸੁਭਾਅ ਦਾ ਮਾਲਕ ਬਣ ਜਾਵੇਗਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਆਪਣੇ ਬਾਬਾ ਜੀ ਫਰੀਦ ਸਾਹਿਬ ਸਮਝਾਉਂਦੇ ਹਨ, ਫਰੀਦਾ ਥੀਓ ਪਵਾਈ ਦੱਬ, ਜੇ ਸਾਈਂ ਲੋੜੇ ਸਭ। ਇੱਕ ਛਿੱਜਾਂ ਪਿਆ ਲਤਾੜੀਆਂ, ਤਾਂ ਸਾਈਂ ਦੇ ਦਰਵਾੜੀਆਂ। ਫਰੀਦਾ ਖਾਕ ਨ ਨਿੰਦੀਏ, ਖਾਕੂ ਜੇਡ ਨ ਕੋਏ। ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਈ। ਅੱਗੇ ਲਿਖਦੇ ਨੇ ਕਿ ਸ਼੍ਰੀ ਨਾਸ਼ਵਾਨ ਹੈ। ਇਹਨਾਂ ਦੀਆਂ ਅੱਖਾਂ ਵੱਲ ਵੇਖ ਕੇ, ਹੱਡੀਆਂ ਵੱਲ ਵੇਖ ਕੇ, ਹਾੜ ਜਲੇ ਜਿਉ ਲਾਕਰੀ, ਜੋ ਕੇਸ ਜਲੇ ਜਿਉ ਘਾਸ। ਇਹ ਜਗ ਜਰਤਾ ਦੇਖ ਕੇ ਪਇਓ ਕਬੀਰ ਉਦਾਸ। ਕੇਸ ਜਿਵੇਂ ਕੋਈ ਕਾਹੀ ਦੇ ਬੂਟੇ ਨੂੰ ਅੱਗ ਲਾ ਕੇ ਸਾੜਿਆ ਹੋਵੇ, ਹੱਡ ਇਵੇਂ ਜਿਵੇਂ ਲੱਕੜਾਂ ਨੂੰ ਅੱਗ ਲਾ ਕੇ ਸਾੜਿਆ ਹੁੰਦਾ ਹੈ, ਇਹ ਹਾਲਤ ਹੋ ਜਾਏਗੀ। ਇਸ ਕਰਕੇ ਇਸ ਨਾਸ਼ਵਾਨ ਸਰੀਰ ਵਿੱਚ ਬੈਠ ਕੇ ਇੱਕ ਐਸਾ ਕੰਮ ਕਰ ਜਾ ਜਿਹੜਾ ਕਿ ਸਭ ਤੋਂ ਵੱਖਰਾ, ਉਹ ਹੈ ਪਰਮਾਤਮਾ ਵਿੱਚ ਅਭੇਦ ਹੋਣਾ। ਫਰੀਦਾ ਖਾਕ ਨਿੰਦੀਏ, ਖਾਕੂ ਜੇੜ ਨਾ ਕੋਏ। ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਸਮਝ ਇਸ ਗੱਲ ਨੂੰ ਜਰਾ। ਇੱਕ ਇਸੇ ਦਾ ਅਰਥ ਕਰਦੇ ਹਾਂ। ਕਵੀ ਲਿਖਦਾ ਹੈ ਕਿ ਪਹਿਲੇ ਖਾਕ, ਪਹਿਲੇ ਮਿੱਟੀ ਹੈ, ਪਹਿਲੇ ਖਾਕ, ਖਾਕ ਤੋਂ ਖਾਨਾ, ਖਾਨਿਓ ਖੂਨ ਬਣਾਇਆ, ਖੂਨੋਂ ਬਿੰਦ, ਬਿੰਦ ਤੋਂ ਬਾਲਕ, ਵਿੱਚ ਜਵਾਨੀ ਆਇਆ। ਖਾਕੋਂ ਪੈਦਾ ਹੋ ਕੇ ਬਾਲਮ, ਖਾਕ ਦੇ ਵਿੱਚ ਸਮਾਇਆ। ਖਾਕੋਂ ਪੈਦਾ ਹੋ ਕੇ ਬਾਲਮ, ਖਾਕ ਦੇ ਵਿੱਚ ਸਮਾਇਆ। ਹੇ ਫਰੀਦ, ਮਿੱਟੀ ਨੂੰ ਮਾੜਾ ਨਹੀਂ ਆਖਣਾ ਚਾਹੀਦਾ। ਮਿੱਟੀ ਤੋਂ ਤੂੰ ਪੈਦਾ ਹੋਇਆ, ਮਿੱਟੀ ਤੋਂ ਬਣੇ ਕਿੰਨੇ ਤਰ੍ਹਾਂ ਦੇ ਪਦਾਰਥ ਤੂੰ ਖਾਂਦਾ ਹੈ। ਸੋਚ, ਇਹਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਜਿਉਂਦੇ ਹਾਂ ਅਸੀਂ ਤੇ ਚੱਲਦੇ ਹਾਂ, ਸੜਕਾਂ ਬਣੀਆਂ ਹੋਈਆਂ ਨੇ, ਇੱਥੇ ਅਸੀਂ ਆਰਾਮ ਕਰਦੇ ਹਾਂ। ਇਹਦੀ ਕੋਈ ਬਰਾਬਰੀ, ਕਿਉਂਕਿ ਫਿਰ ਉਸ ਤੋਂ ਬਾਅਦ ਜਦੋਂ ਮਨੁੱਖ ਇਹਦੇ ਵਿੱਚੋਂ ਆਤਮਾ ਨਿਕਲ ਜਾਂਦੀ ਹੈ, ਫਿਰ ਮਿੱਟੀ ਆਪਣੇ ਵਿੱਚ ਸਮਾਉਂਦੀ। ਜਦੋਂ ਕੋਈ ਨਾ ਸੰਭਾਲੇ, ਘਰ ਵਾਲੇ ਵੀ ਕਹਿੰਦੇ, ਫਿਰ ਧਰਤੀ ਕਹਿੰਦੀ ਮੇਰਾ ਪੁੱਤਰ ਹੈ, ਤੂੰ ਅਜਾ ਮੇਰੇ ਕੋਲ। ਫਿਰ ਉਸਨੂੰ ਇਸ ਧਰਤੀ ਵਿੱਚ ਸਮਾਉਣਾ ਪੈਂਦਾ ਹੈ। ਇਸ ਕਰਕੇ ਇਹ ਬੰਦਾ, ਗਰੀਬੀ ਸੁਭਾਅ ਵਾਲਾ ਬੰਦਾ, ਜ਼ਿੰਦਗੀ ਵਿੱਚ ਭਾਵੇਂ ਸਭ ਤੋਂ ਵਧੀਕ ਹੀ ਸਹਾਰਦਾ ਹੈ, ਪਰ ਮਨ ਨੂੰ ਮਾਰਨ ਕਰਕੇ ਅਧਿਆਤਮਕ, ਆਪਣੀ ਆਤਮਕ ਅਵਸਥਾ ਵਿੱਚ ਸਭ ਤੋਂ ਉੱਚਾ ਹੈ। ਫਰੀਦਾ ਖਾਕ ਨ ਨਿੰਦੀਏ, ਖਾਕੂ ਜੇੜ ਨਾ ਕੋਏ। ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਬਸ ਇੰਨਾ ਟਾਈਮ ਆਪਾਂ ਲਾਇਆ ਕਰਾਂਗੇ। ਬਹੁਤ ਪਿਆਰ ਨਾਲ ਸਰਵਣ ਕਰੋ ਜੀ। ਕਿਰਪਾ ਕਰਕੇ ਇਸ ਪ੍ਰੋਗਰਾਮ ਨੂੰ ਆਪ ਸਬਸਕ੍ਰਾਈਬ ਅਤੇ ਲਾਈਕ ਕਰ ਲਓ, ਅਤੇ ਘੰਟੀ ਵਾਲਾ ਬਟਨ ਵੀ ਦਬਾ ਕੇ, ਤਾਂ ਕਿ ਹਰ ਰੋਜ਼, ਹਰ ਹਫਤੇ ਵਿੱਚ ਅਸੀਂ ਹੋਰ ਵੀ ਜਦੋਂ ਸੰਗਰਾਂਦ ਆਉਂਦੀ ਉਹ ਵੀ ਪੇਸ਼ ਕਰਦੇ ਹਾਂ, ਅਤੇ ਤੁਹਾਡੇ ਤੱਕ ਪਹੁੰਚਦਾ ਰਹੇ, ਤਾਂ ਕਿ ਆਪਾਂ ਸਾਰੇ ਮਿਲ ਕੇ ਆਪਣੇ ਜੀਵਨ ਨੂੰ ਸਮਝੀਏ, ਸਮਝ ਕੇ ਆਪਣਾ ਜੀਵਨ ਸਫਲ ਕਰੀਏ। ਬਹੁਤ ਬਹੁਤ ਧੰਨਵਾਦ। ਆਪ ਜੀ ਦਾ ਸੁਣਨ ਵਾਸਤੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ। ਪਿਆਰ ਸਹਿਤ ਬੁਲਾਓ ਫਤਿਹ। ਇਹ ਚੈਨਲ ਦਾ ਨਾਮ ਹੈ ਗਾਵੋ ਸੁਣੋ ਪੜ੍ਹੋ ਨਿਤ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।